ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ CDP ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਲੈਵ ਵਾਈਗੋਸਕੀ ਦੀ ਸੋਸ਼ੀਓ ਕਲਚਰਲ ਥਿਊਰੀ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਆਪਣੇ CDP ਦੇ ਕਈ ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਇੰਪੋਰਟੈਂਟ ਟੌਪਿਕ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਲੈਵ ਵਾਈਗੋਸਕੀ ਦੀ ਸੋਸ਼ੀਓ ਕਲਚਰਲ ਥਿਊਰੀ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਇਸ ਤੋਂ ਪਹਿਲਾਂ ਵੀ ਆਪਣੇ ਜਿੰਨੇ ਵੀ ਸੈਸ਼ਨ CDP ਦੇ ਅਪਲੋਡ ਹੋਏ ਨੇ, ਉਹ ਤੁਸੀਂ ਬੈਕ ਟੂ ਬੈਕ ਕੰਟੀਨਿਊਟੀ ਦੇ ਵਿੱਚ ਲਗਾ ਕੇ ਆਓ, ਤਾਂ ਕਿ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ ਅਤੇ ਨੋਟਸ ਆਪਣੇ ਨਾਲ ਦੀ ਨਾਲ ਬਣਾਉਂਦੇ ਰਹੋ। ਆਪਣੇ ਸੈਸ਼ਨ ਦੇ ਵਿੱਚ ਤੁਹਾਨੂੰ ਕੋਈ ਵੀ ਫਾਲਤੂ ਕੰਟੈਂਟ ਨਹੀਂ ਮਿਲੂਗਾ, ਪੂਰੇ ਕੰਟੈਂਟ ਦਾ ਨਿਚੋੜ ਆਪਾਂ ਤੁਹਾਡੇ ਅੱਗੇ ਪੇਸ਼ ਕਰਦੇ ਹਾਂ। ਠੀਕ ਹੈ ਜੀ। ਤਾਂ ਤੁਸੀਂ ਖੁਦ ਵੀ ਅਜ਼ਮਾ ਸਕਦੇ ਹੋ ਕਿ ਪਹਿਲਾਂ ਵੀ ਜੋ ਆਪਣੀਆਂ CDP ਦੀਆਂ ਕਲਾਸਿਸ ਅਪਲੋਡ ਹੋਈਆਂ ਨੇ, ਉਹਨਾਂ ਦੇ ਵਿੱਚੋਂ ਡਾਇਰੈਕਟ ਕੁਐਸਚਨ ਪੁੱਟ ਹੋਏ ਨੇ ਪੇਪਰ ਦੇ ਵਿੱਚ, PS ਟੈਟ ਦੇ ਵਿੱਚ। ਤਾਂ ਅੱਗੇ ਵੀ ਤੁਹਾਨੂੰ ਆਪਣੇ ਸੈਸ਼ਨਸ ਦੇ ਵਿੱਚੋਂ ਕੁਐਸਚਨ ਦੇਖਣ ਨੂੰ ਮਿਲਣਗੇ। ਤਾਂ ਪੂਰੀ ਡਿਟੇਲ ਦੇ ਵਿੱਚ ਤੁਸੀਂ ਸੈਸ਼ਨ ਨੂੰ ਅਟੈਂਡ ਕਰਨਾ ਅਤੇ ਨੋਟਸ ਆਪਣੇ ਨਾਲ ਦੀ ਨਾਲ ਬਣਾਉਂਦੇ ਰਹਿਣਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ, ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਅੱਜ ਦੇ ਸੈਸ਼ਨ ਵਿੱਚ ਆਪਾਂ ਲੈਵ ਵਾਈਗੋਸਕੀ ਬਾਰੇ ਪੜ੍ਹਨ ਜਾ ਰਹੇ ਹਾਂ। ਲੈਵ ਵਾਈਗੋਸਕੀ ਨੇ ਆਪਾਂ ਨੂੰ ਇੱਕ ਥਿਊਰੀ ਦਿੱਤੀ ਹੈ, ਜਿਹਦਾ ਨਾਮ ਹੈ ਸੋਸ਼ੀਓ ਕਲਚਰਲ ਥਿਊਰੀ। ਇਹਦਾ ਕੀ ਮਤਲਬ ਹੈ? ਇਹਦਾ ਪੰਜਾਬੀ ਦੇ ਵਿੱਚ ਜੇ ਆਪਾਂ ਰੂਪਾਂਤਰਣ ਕਰੀਏ ਤਾਂ ਸੋਸ਼ੀਓ ਕਲਚਰਲ ਦਾ ਮਤਲਬ ਹੈ ਸਮਾਜਿਕ ਸੱਭਿਆਚਾਰਕ ਸਿਧਾਂਤ। ਵਾਈਗੋਸਕੀ ਦਾ ਸਮਾਜਿਕ ਸੱਭਿਆਚਾਰਕ ਸਿਧਾਂਤ ਤਾਂ ਪੰਜਾਬੀ ਦੇ ਵਿੱਚ ਵੀ ਤੁਸੀਂ ਲਿਖ ਸਕਦੇ ਹੋ ਨਾਲ ਦੀ ਨਾਲ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ, ਲੈਵ ਵਾਈਗੋਸਕੀ ਇਜ਼ ਦੀ ਰਸ਼ੀਅਨ ਸਾਈਕੋਲੋਜਿਸਟ। ਇਹ ਰਸ਼ੀਆ ਦੇ ਰਹਿਣ ਵਾਲੇ ਸੀਗੇ ਜਿਹੜੇ ਲੈਵ ਵਾਈਗੋਸਕੀ ਸੀ। ਠੀਕ ਹੈ ਜੀ। ਇਹਨਾਂ ਨੇ ਆਪਾਂ ਨੂੰ ਇੱਕ ਥਿਊਰੀ ਦਿੱਤੀ ਹੈ, ਜਿਹਦਾ ਨਾਮ ਹੈ ਸੋਸ਼ੀਓ ਕਲਚਰਲ ਡਿਵੈਲਪਮੈਂਟ। ਠੀਕ ਹੈ ਜੀ। ਹੀ ਇੰਟਰੋਡਿਊਸ ਦ ਥਿਊਰੀ ਆਫ ਸੋਸ਼ੀਓ ਕਲਚਰਲ ਡਿਵੈਲਪਮੈਂਟ। ਇਹਨਾਂ ਨੇ ਇੱਕ ਆਪਾਂ ਨੂੰ ਸਿਧਾਂਤ ਦਿੱਤਾ ਹੈ, ਸਮਾਜਿਕ ਸੱਭਿਆਚਾਰਕ ਸਿਧਾਂਤ। ਡਿਵੈਲਪਮੈਂਟ ਮਤਲਬ ਵਿਕਾਸ, ਕਿ ਜਿਹੜਾ ਬੱਚੇ ਦਾ ਵਿਕਾਸ ਹੋਣਾ ਹੈ ਉਹ ਸਮਾਜ ਅਤੇ ਸੱਭਿਆਚਾਰ ਦੇ ਵਿੱਚ ਰਹਿ ਕੇ ਹੋਣਾ। ਲੈਵ ਵਾਈਗੋਸਕੀ ਦਾ ਇਹ ਮੰਨਣਾ ਸੀ। ਬਟ ਜਿਹੜਾ ਆਪਾਂ ਜੀਨ ਪਿਆਜ਼ੇ ਇਸ ਤੋਂ ਪਿੱਛੇ ਪੜ੍ਹ ਕੇ ਆਏ ਹਾਂ ਪ੍ਰੀਵੀਅਸ ਸੈਸ਼ਨ ਦੇ ਵਿੱਚ, ਜੀਨ ਪਿਆਜ਼ੇ ਇਹ ਤੋਂ ਬਿਲਕੁਲ ਉਲਟ ਹੈ। ਜੀਨ ਪਿਆਜ਼ੇ ਦਾ ਮੰਨਣਾ ਕਿ ਬੱਚੇ ਦਾ ਵਿਕਾਸ ਖੁਦ ਹੁੰਦਾ ਹੈ, ਕੋਗਨੀਟਿਵ ਡਿਵੈਲਪਮੈਂਟ। ਠੀਕ ਹੈ ਜੀ, ਕਿ ਬੱਚਾ ਆਪਣਾ ਵਿਕਾਸ ਖੁਦ ਕਰਦਾ ਹੈ। ਬਟ ਲੈਵ ਵਾਈਗੋਸਕੀ ਤੋਂ ਬਿਲਕੁਲ ਉਲਟ ਸੀ। ਵਾਈਗੋਸਕੀ ਦਾ ਮੰਨਣਾ ਸੀ ਕਿ ਸਮਾਜ ਅਤੇ ਸੱਭਿਆਚਾਰ, ਇਹ ਦੋ ਚੀਜ਼ਾਂ ਬਹੁਤ ਵੱਡਾ ਰੋਲ ਅਦਾ ਕਰਦੀਆਂ ਨੇ ਬੱਚੇ ਦੇ ਵਿਕਾਸ ਦੇ ਵਿੱਚ। ਜਿੰਨਾ ਟਾਈਮ ਉਹ ਇਹਨਾਂ ਦੇ ਸੰਪਰਕ ਦੇ ਵਿੱਚ ਨਹੀਂ ਆਊਗਾ ਤਾਂ ਉਹਦਾ ਵਿਕਾਸ ਨਹੀਂ ਹੋਊਗਾ। ਤਾਂ ਇਹਨੂੰ ਸੋਸ਼ੀਓ ਕਲਚਰਲ ਡਿਵੈਲਪਮੈਂਟ ਥਿਊਰੀ ਕਿਹਾ ਜਾਂਦਾ ਹੈ ਲੈਵ ਵਾਈਗੋਸਕੀ ਦੀ। ਜਿੱਥੇ ਵੀ ਤੁਹਾਨੂੰ ਸ਼ਬਦ ਮਿਲੇ ਸੋਸ਼ਲ, ਜਿੱਥੇ ਤੁਹਾਨੂੰ ਸੋਸ਼ਲ ਜਾਂ ਕਲਚਰ ਇਹ ਦੋ ਸ਼ਬਦ ਮਿਲਣ, ਤਾਂ ਉੱਥੇ ਤੁਸੀਂ ਕੀ ਟਿਕ ਲਾਉਣਾ ਹੈ? ਵਾਈਗੋਸਕੀ। ਠੀਕ ਹੈ ਜੀ। ਕਿਉਂਕਿ ਵਾਈਗੋਸਕੀ ਨੇ ਸਮਾਜ ਦੀ ਅਤੇ ਸੱਭਿਆਚਾਰ ਦੀ ਸਭ ਤੋਂ ਜ਼ਿਆਦਾ ਗੱਲ ਕੀਤੀ ਹੈ, ਕਿਉਂਕਿ ਇਹਦੀ ਥਿਊਰੀ ਦਾ ਨਾਮ ਹੀ ਸੋਸ਼ੀਓ ਕਲਚਰਲ ਥਿਊਰੀ ਹੈ। ਠੀਕ ਹੈ ਜੀ। ਤਾਂ ਇਹਨੂੰ ਆਪਾਂ ਅੱਗੇ ਫਰਦਰ ਡਿਸਕਸ ਕਰਦੇ ਹਾਂ। ਇੱਕ ਇੱਕ ਵਰਡ ਇਹਦਾ ਬਹੁਤ ਇੰਪੋਰਟੈਂਟ ਹੈ। ਹਰ ਵਾਰ ਪੇਪਰ ਦੇ ਵਿੱਚ 4 ਤੋਂ 5 ਕੁਐਸਚਨ ਤੁਹਾਨੂੰ ਡਾਇਰੈਕਟ ਇਸ ਥਿਊਰੀ ਦੇ ਵਿੱਚੋਂ ਆਉਂਦੇ ਨੇ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਇਹਨੂੰ ਪੂਰੇ ਡਿਟੇਲ ਦੇ ਵਿੱਚ ਤੁਸੀਂ ਧਿਆਨ ਦੇ ਨਾਲ ਵੀਡੀਓ ਨੂੰ ਸੁਣਨਾ ਅਤੇ ਨਾਲ ਦੀ ਨਾਲ ਇਹ ਸਾਰੇ ਪੁਆਇੰਟ ਤੁਸੀਂ ਨੋਟ ਕਰਦੇ ਜਾਣੇ ਆ। ਠੀਕ ਹੈ ਜੀ। ਤਾਂ ਇਹ ਪੂਰੇ ਮਤਲਬ ਸੈਸ਼ਨ ਦਾ ਤੁਸੀਂ ਨਿਚੋੜ ਮੰਨ ਸਕਦੇ ਹੋ। ਇਸ ਤੋਂ ਬਾਹਰ ਤੁਹਾਨੂੰ ਪੇਪਰ ਦੇ ਵਿੱਚ ਇੱਕ ਵੀ ਪੁਆਇੰਟ ਨਹੀਂ ਆਊਗਾ। ਠੀਕ ਹੈ ਜੀ। ਅਗਲਾ ਆਪਣਾ ਜਿਹੜਾ ਪੁਆਇੰਟ ਹੈ, ਹੀ ਮਸਟ ਪ੍ਰੈਫਰ ਸੋਸਾਇਟੀ, ਕਲਚਰ ਐਂਡ ਲੈਂਗੁਏਜ। ਇਹ ਤਿੰਨ ਚੀਜ਼ਾਂ ਤੁਸੀਂ ਦਿਮਾਗ ਦੇ ਵਿੱਚ ਬਿਠਾ ਲਓ। ਜਦੋਂ ਤੁਸੀਂ ਵਾਈਗੋਸਕੀ ਪੜ੍ਹਨ ਜਾ ਰਹੇ ਹੋ ਤਾਂ ਇਹ ਤਿੰਨ ਚੀਜ਼ਾਂ ਦਿਮਾਗ ਦੇ ਵਿੱਚ ਛਾਪ ਲਓ। ਠੀਕ ਹੈ ਜੀ। ਸੋਸਾਇਟੀ ਮਤਲਬ ਸਮਾਜ। ਠੀਕ ਹੈ ਜੀ। ਇਹਨੂੰ ਪੰਜਾਬੀ ਦੇ ਵਿੱਚ ਲਿਖ ਲਿਓ ਤੁਸੀਂ ਨਾਲ ਦੀ ਨਾਲ। ਸੋਸਾਇਟੀ ਮਤਲਬ ਸਮਾਜ, ਕਲਚਰ ਮਤਲਬ ਸੱਭਿਆਚਾਰ, ਲੈਂਗੁਏਜ ਮਤਲਬ ਭਾਸ਼ਾ। ਇਹ ਤਿੰਨ ਚੀਜ਼ਾਂ ਦੀ ਗੱਲ ਕੌਣ ਕਰਦਾ ਹੈ? ਵਾਈਗੋਸਕੀ ਕਰਦਾ। ਠੀਕ ਹੈ ਜੀ। ਇਹ ਤਿੰਨ ਚੀਜ਼ਾਂ ਦੇ ਉੱਤੇ ਜ਼ੋਰ ਦਿੰਦਾ ਇਹ, ਕਿ ਸਮਾਜ, ਸੋਸਾਇਟੀ, ਯਾਨੀ ਕਿ ਬੱਚਾ ਜਦੋਂ ਪੈਦਾ ਹੁੰਦਾ ਤਾਂ ਸਮਾਜ ਦੇ ਸੰਪਰਕ ਦੇ ਵਿੱਚ ਆਉਂਦਾ। ਉਸ ਤੋਂ ਬਾਅਦ ਉਹ ਕਿਹੋ ਜਿਹੇ ਸੱਭਿਆਚਾਰ ਦੇ ਵਿੱਚ ਰਹਿ ਰਿਹਾ ਹੈ, ਉਹ ਪੰਜਾਬ ਦੇ ਵਿੱਚ ਰਹਿ ਰਿਹਾ, ਉਹ ਹਰਿਆਣੇ ਦੇ ਵਿੱਚ ਰਹਿ ਰਿਹਾ, ਉਹ ਸਾਊਥ ਦੇ ਵਿੱਚ ਰਹਿ ਰਿਹਾ ਹੈ, ਤਾਂ ਉਹ ਕਿਹੋ ਜਿਹੇ ਮਤਲਬ ਸੱਭਿਆਚਾਰ ਦਾ ਉਹਦੇ ਬਹੁਤ ਵੱਡਾ ਇੰਪੈਕਟ ਪਊਗਾ। ਸੱਭਿਆਚਾਰ ਦਾ ਇੰਪੈਕਟ ਉਹਦੇ ਪਹਿਰਾਵੇ 'ਤੇ, ਉਹਦੇ ਖਾਣ ਪਾਣ 'ਤੇ, ਤਾਂ ਇਹ ਸਾਰੀ ਚੀਜ਼ਾਂ ਦੇ ਸੱਭਿਆਚਾਰ ਦਾ ਇੰਪੈਕਟ ਜ਼ਰੂਰ ਪਊਗਾ। ਸਮਾਜ ਦਾ ਤਾਂ ਆਪਾਂ ਓਬਵੀਅਸ ਗੱਲ ਹੈ ਕਿ ਜੇ ਬੱਚੇ ਨੂੰ ਆਪਾਂ ਜੰਗਲ ਦੇ ਵਿੱਚ ਛੱਡ ਦਈਏ ਸਮਾਜ ਤੋਂ ਇਲਾਵਾ, ਠੀਕ ਹੈ ਜੀ, ਤਾਂ ਉਹ ਨਾ ਤਾਂ ਉਹ ਕੋਈ ਲੈਂਗੁਏਜ ਸਿੱਖੇ, ਨਾ ਉਹ ਸਮਾਜ ਦੀ ਕੋਈ ਐਕਟੀਵਿਟੀ ਸਿੱਖੇ।
ਠੀਕ ਹੈ ਜੀ। ਤਾਂ ਇਹ ਤਾਂ ਬਿਲਕੁਲ ਸਿੰਪਲ ਗੱਲਾਂ ਨੇ ਕਿ ਸਮਾਜ ਦੇ ਸੰਪਰਕ ਵਿੱਚ ਆ ਕੇ ਹੀ ਬੱਚਾ ਸਿੱਖੂਗਾ, ਇਹ ਵਾਈਗੋਸਕੀ ਦਾ ਮੰਨਣਾ ਹੈ। ਅਤੇ ਸੱਭਿਆਚਾਰ ਉੱਤੇ ਆਪਦਾ ਇੰਪੈਕਟ ਪਾਉਂਦਾ ਹੈ, ਠੀਕ ਹੈ ਜੀ। ਅਤੇ ਭਾਸ਼ਾ ਦਾ ਮਤਲਬ ਆਪਣਾ ਮੇਨ ਟੂਲ ਹੈ ਇੱਕ। ਭਾਸ਼ਾ ਦੇ ਨਾਲ ਹੀ ਆਪਾਂ ਆਪਣੇ ਵਿਚਾਰ, ਆਪਣੀਆਂ ਫੀਲਿੰਗਸ, ਉਹ ਸਾਰਾ ਕੁਛ ਆਪਾਂ ਡਿਸਕਸ ਕਰਦੇ ਹਾਂ ਇੱਕ ਦੂਸਰੇ ਦੇ ਨਾਲ। ਤਾਂ ਭਾਸ਼ਾ ਵੀ ਕਹਿੰਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਤਾਂ ਇਹ 3 ਚੀਜ਼ਾਂ ਦੇ ਉੱਤੇ 3 ਟਰਮਸ ਤੁਸੀਂ ਯਾਦ ਰੱਖਣੀਆਂ। ਇੱਕ ਸੁਸਾਇਟੀ ਸ਼ਬਦ ਤੋਂ ਮਤਲਬ ਤੁਹਾਨੂੰ ਕਿਤੇ ਵੀ ਮਿਲੇ ਤਾਂ ਸੁਸਾਇਟੀ ਕਿਹਦੇ ਨਾਲ ਰਿਲੇਟਡ ਹੈ? ਵਾਈਗੋਸਕੀ ਦੇ ਨਾਲ। ਕਲਚਰ, ਸੋਸ਼ਲ, ਸੁਸਾਇਟੀ, ਕਲਚਰ, ਲੈਂਗੁਏਜ, ਇਹ ਸਾਰੇ ਸ਼ਬਦ ਵਾਈਗੋਸਕੀ ਦੇ ਦਿੱਤੇ ਹੋਏ ਸ਼ਬਦ ਨੇ। ਇਹ ਯਾਦ ਰੱਖਣੇ ਆ, ਬਹੁਤ ਇੰਪੋਰਟੈਂਟ ਹੈ, ਹਰ ਵਾਰ ਤੁਹਾਨੂੰ ਪੁੱਛੇ ਜਾਂਦੇ ਆ। ਅਗਲਾ ਆਪਣਾ ਜਿਹੜਾ ਪੁਆਇੰਟ ਹੈ, ਚਾਈਲਡ ਡਿਵੈਲਪਮੈਂਟ ਡਿਪੈਂਡਸ ਅਪੋਨ ਸੁਸਾਇਟੀ, ਕਲਚਰ ਐਂਡ ਲੈਂਗੁਏਜ। ਇਹ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਆਇਆ ਕਿ ਜਿਹੜੀ ਬੱਚੇ ਦਾ ਵਿਕਾਸ ਹੈ, ਚਾਈਲਡ ਡਿਵੈਲਪਮੈਂਟ ਮਤਲਬ ਬੱਚੇ ਦਾ ਵਿਕਾਸ, ਉਹ ਨਿਰਭਰ ਕਾਹਤੇ ਕਰਦਾ ਹੈ? ਸਮਾਜ ਦੇ ਉੱਤੇ, ਉਸ ਤੋਂ ਬਾਅਦ ਸੱਭਿਆਚਾਰ ਦੇ ਉੱਤੇ, ਅਤੇ ਉਸ ਤੋਂ ਬਾਅਦ ਭਾਸ਼ਾ ਦੇ ਉੱਤੇ ਕਿ ਉਹ ਕਿਹੜੀ ਲੈਂਗੁਏਜ ਬੋਲ ਰਿਹਾ, ਠੀਕ ਹੈ ਜੀ। ਤਾਂ ਇਹ ਤਿੰਨੇ ਚੀਜ਼ਾਂ ਬਹੁਤ ਵੱਡਾ ਰੋਲ ਅਦਾ ਕਰਦੀਆਂ ਨੇ ਬੱਚੇ ਦੇ ਵਿਕਾਸ ਦੇ ਵਿੱਚ, ਠੀਕ ਹੈ ਜੀ। ਇਹ ਵਾਈਗੋਸਕੀ ਦਾ ਮੰਨਣਾ ਹੈ। ਅਗਲਾ ਆਪਣਾ ਜਿਹੜਾ ਪੁਆਇੰਟ ਹੈ, ਏਜ ਕੈਨ ਨਾਟ ਬੀ ਡਿਟਰਮਾਈਨਡ ਬਾਏ ਵਾਈਗੋਸਕੀ। ਤਾਂ ਮਤਲਬ ਜਿਵੇਂ ਆਪਾਂ ਜੀਨ ਪਿਆਜ਼ੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਵਾਈਗੋਸਕੀ ਤੋਂ ਬਿਲਕੁਲ ਉਲਟ ਚੱਲਦਾ। ਉਹਨੇ ਇੱਕ ਸਪੈਸੀਫਿਕ ਏਜ ਦਿੱਤੀ ਹੋਈ ਹੈ ਕਿ ਜਿਹੜਾ ਬੱਚੇ ਦਾ ਵਿਕਾਸ ਹੋਣਾ ਉਹ ਏਜ ਦੇ ਅਕੋਰਡਿੰਗ ਹੋਣਾ, ਬਟ ਵਾਈਗੋਸਕੀ ਨੇ ਇਹ ਗੱਲ ਨੂੰ ਬਿਲਕੁਲ ਨਕਾਰਤਾ ਅਤੇ ਕਾਂਟਾ ਫੇਰਤਾ ਇਹ ਗੱਲ 'ਤੇ। ਵਾਈਗੋਸਕੀ ਦਾ ਇਹ ਮੰਨਣਾ ਕਿ ਏਜ ਇਹਦੇ ਵਿੱਚ ਕੋਈ ਰੋਲ ਅਦਾ ਨਹੀਂ ਕਰਦੀ। ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ ਕਿ ਵਾਈਗੋਸਕੀ ਦਾ ਏਜ ਬਾਰੇ ਕੀ ਵਿਚਾਰ ਹੈ ਮਤਲਬ, ਠੀਕ ਹੈ ਜੀ। ਤਾਂ ਵਾਈਗੋਸਕੀ ਦਾ ਇਹ ਮੰਨਣਾ ਹੈ ਕਿ ਏਜ ਕੋਈ ਖਾਸ ਰੋਲ ਅਦਾ ਨਹੀਂ ਕਰਦੀ, ਠੀਕ ਹੈ ਜੀ। ਤਾਂ ਵਾਈਗੋਸਕੀ ਨੇ ਇਹਨੂੰ ਡਿਟਰਮਾਈਂਡ ਨਹੀਂ ਕੀਤਾ ਕਿ ਏਜ ਦਾ ਇਹਦੇ ਵਿੱਚ ਕੋਈ ਰੋਲ ਨਹੀਂ, ਬਟ ਜੀਨ ਪਿਆਜ਼ੇ ਦਾ ਇਹ ਮੰਨਣਾ ਕਿ ਏਜ ਬਹੁਤ ਵੱਡਾ ਰੋਲ ਅਦਾ ਕਰਦੀ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਇਸ ਤੋਂ ਬਾਅਦ ਤੁਹਾਨੂੰ ਵਾਈਗੋਸਕੀ ਦੀਆਂ ਬੁੱਕਸ ਬਹੁਤ ਪੁੱਛੀਆਂ ਜਾਂਦੀਆਂ ਹਰ ਵਾਰ, PS ਟੈਟ ਦੇ ਪੇਪਰ ਦੇ ਵਿੱਚ, C ਟੈਟ ਦੇ ਪੇਪਰ ਦੇ ਵਿੱਚ, ਠੀਕ ਹੈ ਜੀ। ਜਿੰਨੇ ਵੀ ਤੁਸੀਂ CDP ਦੇ ਨਾਲ ਰਿਲੇਟਡ ਪੇਪਰ ਦਿੰਦੇ ਹੋ ਤਾਂ ਉਹਦੇ ਵਿੱਚ ਵਾਈਗੋਸਕੀ ਦੀਆਂ, ਜੀਨ ਪਿਆਜ਼ੇ ਦੀਆਂ ਬੁੱਕਸ ਤੁਹਾਨੂੰ ਇੱਕ ਬੁੱਕ ਹਰ ਵਾਰ ਪੁੱਛੀ ਜਾਂਦੀ ਹੈ। ਹਰ ਵਾਰ ਇੱਕ ਕੁਐਸਚਨ ਬੁੱਕਸ ਦੇ ਵਿੱਚੋਂ ਆਉਂਦਾ ਹੀ ਆਉਂਦਾ। ਤਾਂ ਕਰਕੇ ਮੈਂ ਇਹ ਪੁਆਇੰਟ ਵੀ ਤੁਹਾਡੇ ਨਾਲ ਦੀ ਨਾਲ ਮੈਂ ਕਲੀਅਰ ਕਰਵਾ ਰਿਹਾ, ਠੀਕ ਹੈ ਜੀ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਇੱਕ ਵੀ ਸੈਸ਼ਨ ਆਪਣਾ ਮਿਸ ਨਾ ਕਰਿਓ। ਬੇਸ਼ੱਕ ਤੁਸੀਂ C ਟੈਟ ਦੀ ਤਿਆਰੀ ਕਰ ਰਹੇ ਹੋ, ਬੇਸ਼ੱਕ PS ਟੈਟ ਦੀ ਕਰ ਰਹੇ ਹੋ, ਕਿਸੇ ਵੀ ਪੇਪਰ ਦੀ ਜਿਹਦੇ ਵਿੱਚ ਤੁਹਾਨੂੰ CDP ਆਉਣੀ ਹੈ, ਤਾਂ ਇਹ ਸਾਰੀਆਂ ਕਲਾਸਿਸ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ, ਠੀਕ ਹੈ ਜੀ। ਫ੍ਰੀ ਦੇ ਤੁਹਾਡੇ ਨੰਬਰ ਨੇ। ਤਾਂ ਜਿਹੜੀਆਂ ਵਾਈਗੋਸਕੀ ਦੀਆਂ ਬੁੱਕਸ ਨੇ, ਸਭ ਤੋਂ ਪਹਿਲੀ ਜਿਹੜੀ ਬੁੱਕ ਹੈ ਥਾਊਟ ਐਂਡ ਲੈਂਗੁਏਜ, ਠੀਕ ਹੈ ਜੀ। ਥਾਊਟ ਐਂਡ ਲੈਂਗੁਏਜ ਮਤਲਬ ਵਿਚਾਰ ਅਤੇ ਭਾਸ਼ਾ, ਮਾਈਂਡ ਇਨ ਸੁਸਾਇਟੀ, ਮਨ ਅਤੇ ਸਮਾਜ, ਜਾਂ ਸਮਾਜ ਦੇ ਵਿੱਚ ਮਨ, ਠੀਕ ਹੈ ਜੀ। ਇਹ ਤੁਸੀਂ ਕਹਿ ਸਕਦੇ ਹੋ। ਦ ਸਾਈਕੋਲੋਜੀ ਆਫ ਆਰਟ, ਕਲਾ ਦਾ ਮਨੋਵਿਗਿਆਨ, ਐਜੂਕੇਸ਼ਨਲ ਸਾਈਕੋਲੋਜੀ, ਠੀਕ ਹੈ ਜੀ। ਤਾਂ ਇਹ ਤੁਹਾਡੀ ਆ ਗਈ ਐਜੂਕੇਸ਼ਨ ਦੇ ਨਾਲ ਰਿਲੇਟਡ। ਤਾਂ ਇਹ 4 ਬੁੱਕਸ ਨੇ, ਬਹੁਤ ਵੈਸੇ ਤਾਂ ਹੋਰ ਵੀ ਬੁੱਕਸ ਨੇ ਵਾਈਗੋਸਕੀ ਦੀਆਂ, ਬਟ ਇਹ 4 ਬੁੱਕਸ ਦੇ ਵਿੱਚੋਂ ਹੀ ਤੁਹਾਨੂੰ ਪੁੱਛਿਆ ਜਾਊਗਾ। ਵੈਰੀ ਵੈਰੀ ਇੰਪੋਰਟੈਂਟ ਨੇ, ਇਹ ਨੋਟ ਕਰ ਲਿਓ, ਠੀਕ ਹੈ ਜੀ। ਤੁਹਾਨੂੰ ਪੁੱਛੀਆਂ ਜਾਣਗੀਆਂ, ਬਹੁਤ ਇੰਪੋਰਟੈਂਟ ਨੇ। ਅਗਲਾ ਆਪਣਾ ਜਿਹੜਾ ਪੁਆਇੰਟ ਹੈ, ਅਕੋਰਡਿੰਗ ਟੂ ਵਾਈਗੋਸਕੀ ਫਸਟ ਲਰਨਿੰਗ ਐਂਡ ਦੈਨ ਡਿਵੈਲਪਮੈਂਟ ਆਕਰਸ। ਬਟ ਜਿਹੜਾ ਜੀਨ ਪਿਆਜ਼ੇ ਹੈ ਉਹ ਇਹ ਤੋਂ ਬਿਲਕੁਲ ਉਲਟ ਕਹਿੰਦਾ। ਜੀਨ ਪਿਆਜ਼ੇ ਇਹਦੇ ਬਿਲਕੁਲ ਉਲਟ ਚੱਲਦਾ ਸੀ, ਠੀਕ ਹੈ ਜੀ। ਤਾਂ ਵਾਈਗੋਸਕੀ ਦਾ ਕੀ ਮੰਨਣਾ ਹੈ? ਇਹ ਕਹਿੰਦੇ ਵੀ ਪਹਿਲਾਂ ਆਪਾਂ ਸਿੱਖਦੇ ਹਾਂ। ਵਾਈਗੋਸਕੀ ਕਹਿੰਦਾ ਪਹਿਲਾਂ ਆਪਾਂ ਸਿੱਖਦੇ ਹਾਂ, ਫਿਰ ਆਪਣਾ ਵਿਕਾਸ ਹੁੰਦਾ, ਠੀਕ ਹੈ ਜੀ। ਬਟ ਜੀਨ ਪਿਆਜ਼ੇ ਕਹਿੰਦਾ ਪਹਿਲਾਂ ਆਪਣਾ ਵਿਕਾਸ ਹੁੰਦਾ, ਫਿਰ ਆਪਾਂ ਸਿੱਖਦੇ ਹਾਂ, ਠੀਕ ਹੈ ਜੀ। ਤਾਂ ਇਹਨਾਂ ਦੇ ਦੋਨਾਂ ਦੀਆਂ ਗੱਲਾਂ ਦੇ ਵਿੱਚ ਫਰਕ ਸੀ। ਤਾਂ ਵਾਈਗੋਸਕੀ ਪਹਿਲਾਂ ਲਰਨਿੰਗ ਦੇ ਉੱਤੇ ਪਹਿਲਾਂ ਜ਼ੋਰ ਦਿੰਦਾ ਸੀ, ਠੀਕ ਹੈ ਜੀ। ਤਾਂ ਜਿਹੜਾ ਜੀਨ ਪਿਆਜ਼ੇ ਸੀ ਉਹ ਕਹਿੰਦਾ ਸੀ ਕਿ ਪਹਿਲਾਂ ਡਿਵੈਲਪਮੈਂਟ ਹੁੰਦੀ ਹੈ, ਠੀਕ ਹੈ ਜੀ। ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਗਲਾ ਆਪਣਾ ਜਿਹੜਾ ਪੁਆਇੰਟ ਹੈ ਉਹ ਹੈ ZPD, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਠੀਕ ਹੈ ਜੀ। ਇਹ ਤੁਹਾਨੂੰ ਕੁਐਸਚਨ ਪੁੱਛਿਆ ਹੀ ਪੁੱਛਿਆ ਜਾਊਗਾ, ਵੈਰੀ ਵੈਰੀ ਇੰਪੋਰਟੈਂਟ। ਇਹਦੇ ਅੱਗੇ ਲਿਖ ਲਓ, ਠੀਕ ਹੈ ਜੀ। ਹਰ ਵਾਰ PS ਟੈਟ ਦੇ ਵਿੱਚ ਜਾਂ C ਟੈਟ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੀ ਮਿਲਦਾ ਹੈ, ZPD। ਇਹ ਤੁਹਾਨੂੰ ਬਹੁਤ ਕਨਫਿਊਜ਼ ਕਰਦਾ ਹੈ। ZPD ਜਦੋਂ ਆ ਜਾਏ ਤਾਂ ਤੁਸੀਂ ਟਿਕ ਕੀ ਲਾਉਣਾ ਹੈ? ਵਾਈਗੋਸਕੀ, ਠੀਕ ਹੈ ਜੀ। ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਤਾਂ ਇਟ ਇਜ਼ ਅ ਪ੍ਰੋਬੇਬਲ ਜ਼ੋਨ, ਮਤਲਬ ਇਹ ਸੰਭਾਵਨਾ ਦਾ ਜ਼ੋਨ ਹੈ, ਠੀਕ ਹੈ ਜੀ। ਡਿਵੈਲਪਮੈਂਟ ਦੀ ਸੰਭਾਵਨਾ ਦਾ ਜ਼ੋਨ ਹੈ ਇਹ ZPD, ਇਹਨੂੰ ਕਿਹਾ ਜਾਂਦਾ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਜਿਹੜਾ ਬੱਚੇ ਦਾ ਵਿਕਾਸ ਹੋਣਾ ਹੈ ਉਹ ਇਹਦੇ ਵਿੱਚ ਮਤਲਬ ਇਹ ਇੱਕ ਜ਼ੋਨ ਕ੍ਰੀਏਟ ਕਰ ਦਿੱਤਾ ਜਾਂਦਾ ਸੰਭਾਵਨਾ ਦਾ, ਠੀਕ ਹੈ ਜੀ। ਤਾਂ ਇਹਨੂੰ ZPD ਕਿਹਾ ਜਾਂਦਾ। ਬਸ ਤੁਸੀਂ ਇਹ ਯਾਦ ਰੱਖਣਾ ਹੈ ਕਿ ਜਿੱਥੇ ਵੀ ਤੁਹਾਨੂੰ ZPD ਦਿਖਦਾ ਤਾਂ ਵਾਈਗੋਸਕੀ ਟਿਕ ਲਗਾ ਦੇਣਾ, ਠੀਕ ਹੈ ਜੀ। ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਇਹ ਆਪਾਂ ਅੱਗੇ ਪੜ੍ਹਦੇ ਹਾਂ ਕਿ ZPD ਕਿਹਦੇ ਨਾਲ ਰਿਲੇਟਡ ਹੈ, ਕਿ ਬੱਚੇ ਨੇ ਜਦੋਂ ਸਿੱਖਣਾ ਹੈ ਉਹ ਕਿਵੇਂ ਸਿੱਖਣਾ ਹੈ। ਤਾਂ ਬੱਚੇ ਨੂੰ ਸਭ ਤੋਂ ਪਹਿਲੀ ਜਿਹੜੀ ਚੀਜ਼ ਆਉਂਦੀ ਹੈ ਉਹ ਆਉਂਦੀ ਹੈ ZPD, ਯਾਨੀ ਕਿ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਜਦੋਂ ਵਿਕਾਸ ਬੱਚੇ ਦਾ ਸਟਾਰਟ ਹੁੰਦਾ
ਤਾਂ ਉਹ ਪ੍ਰੋਕਸੀਮਲ ਡਿਵੈਲਪਮੈਂਟ ਦੇ ਵਿੱਚ ਹੁੰਦਾ। ਪ੍ਰੋਕਸੀਮਲ ਮਤਲਬ ਪ੍ਰੋਬੇਬਲ ਮਤਲਬ ਕੀ ਹੁੰਦਾ, ਸੰਭਾਵਨਾ ਕਿ ਕੁਝ ਵੀ ਹੋ ਸਕਦਾ ਬੱਚੇ ਦਾ ਵਿਕਾਸ, ਠੀਕ ਹੈ ਜੀ। ਤਾਂ ਉਹ ਜ਼ੋਨ ਦੇ ਵਿੱਚ ਹੁੰਦਾ ਬੱਚਾ। ਇਸ ਤੋਂ ਬਾਅਦ ਜਿਹੜਾ ਅਗਲਾ ਵਰਡ ਹੈ ਤੁਹਾਡਾ ਸਕੈਫੋਲਡਿੰਗ, ਬਹੁਤ ਇੰਪੋਰਟੈਂਟ ਹੈ, ਵੈਰੀ ਇੰਪੋਰਟੈਂਟ ਹੈ, ਇਹਦੇ ਅੱਗੇ ਵੈਰੀ ਇੰਪੋਰਟੈਂਟ ਲਿਖ ਲਿਓ। ਸਕੈਫੋਲਡਿੰਗ ਕੀ ਹੁੰਦੀ ਹੈ? ਇਹ ਵਰਡ ਤੁਹਾਨੂੰ ਹਰ ਵਾਰ ਪੇਪਰ ਦੇ ਵਿੱਚ ਆਉਂਦਾ। ਇਹ ਹੁੰਦੀ ਹੈ ਟੈਂਪਰੇਰੀ ਹੈਲਪ। ਮੰਨ ਲਓ ਬੱਚੇ ਨੇ ਜੇ ਸਾਈਕਲ ਸਿੱਖਣਾ, ਤਾਂ ਜਿਹੜਾ ਬੰਦਾ ਐਕਸਪਰਟ ਹੋਊਗਾ, ਜਿਹੜਾ ਬੰਦਾ ਸਾਈਕਲ ਜਾਣਦਾ ਹੋਊਗਾ, ਤਾਂ ਉਹ ਬੱਚੇ ਨੂੰ ਹੈਲਪ ਦੇਊਗਾ। ਉਹ ਕੀ ਹੋਊਗੀ? ਟੈਂਪਰੇਰੀ ਹੈਲਪ ਹੋਊ। ਮਤਲਬ ਜਿੰਨਾ ਟਾਈਮ ਬੱਚਾ ਸਾਈਕਲ ਸਿੱਖਦਾ ਨਹੀਂ, ਤਾਂ ਉਹ ਓਨਾ ਟਾਈਮ ਉਹਨੂੰ ਹੈਲਪ ਦੇਊਗਾ, ਤਾਂ ਉਹਨੂੰ ਟੈਂਪਰੇਰੀ ਹੈਲਪ ਕਿਹਾ ਜਾਂਦਾ। ਅਤੇ ਇਹਨੂੰ ਹੋਰ ਸ਼ਬਦਾਂ ਦੇ ਵਿੱਚ ਵਾਈਗੋਸਕੀ ਨੇ ਉਹਨੂੰ ਜਿਹੜਾ ਸ਼ਬਦ ਦਿੱਤਾ ਉਹ ਦਿੱਤਾ ਹੈਗਾ ਸਕੈਫੋਲਡਿੰਗ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਸਕੈਫੋਲਡਿੰਗ ਦਾ ਮਤਲਬ ਹੁੰਦਾ ਟੈਂਪਰੇਰੀ ਹੈਲਪ। ਜਿੱਥੇ ਵੀ ਤੁਹਾਨੂੰ ਸਕੈਫੋਲਡਿੰਗ ਦਾ ਮੀਨਿੰਗ ਪੁੱਛਣਗੇ ਤਾਂ ਤੁਸੀਂ ਟਿਕ ਲਾਉਣਾ ਟੈਂਪਰੇਰੀ ਹੈਲਪ, ਠੀਕ ਹੈ ਜੀ। ਗਿਵਨ ਬਾਏ ਐਨ ਐਕਸਪਰਟ, ਜਿਹੜਾ ਬੰਦਾ ਐਕਸਪਰਟ ਹੋਊ ਉਹ ਹੈਲਪ ਦੇਊਗਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਇੱਕ ਤੁਹਾਨੂੰ ਟਰਮ ਪੁੱਛੀ ਜਾਂਦੀ ਹੈ MKO, ਇਹਦਾ ਤੁਹਾਨੂੰ ਫੁੱਲ ਫੋਰਮਾਂ ਵੀ ਪੁੱਛ ਸਕਦੇ, ਇਹਦੀਆਂ ਬਹੁਤ ਇੰਪੋਰਟੈਂਟ ਨੇ। ZPD ਦੀ ਫੁੱਲ ਫੋਰਮ ਯਾਦ ਰੱਖ ਲਿਓ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਅਤੇ MKO ਉਹਦੀ ਫੁੱਲ ਫੋਰਮ ਵੀ ਤੁਸੀਂ ਬਹੁਤ ਵਾਰ ਪੁੱਛੀ ਗਈ ਹੈ, ਮੋਰ ਨੌਲੇਜੇਬਲ ਅਦਰ। ਇੱਕ ਬੰਦਾ ਹੁੰਦਾ ਜਿਹੜਾ ਆਪਾਂ ਨੂੰ ਸਕੈਫੋਲਡਿੰਗ ਕਰਵਾਉਂਦਾ, ਜਿਹੜਾ ਕਿ ਆਪਣੇ ਨਾਲੋਂ ਵੱਧ ਜਾਣਕਾਰੀ ਰੱਖਦਾ ਹੁੰਦਾ। ਮੋਰ ਨੌਲੇਜੇਬਲ ਮਤਲਬ ਜਿਹੜੇ ਬੰਦੇ ਨੂੰ ਆਪਣੇ ਨੂੰ ਜ਼ਿਆਦਾ, ਜਿਹੜਾ ਬੰਦਾ ਐਕਸਪਰਟ ਹੋਊ ਉਹ ਹੀ ਬੱਚੇ ਨੂੰ ਕੁਛ ਨਾ ਕੁਛ ਸਿਖਾਊ, ਠੀਕ ਹੈ ਜੀ। ਤਾਂ ਉਹਨੂੰ MKO ਕਿਹਾ ਜਾਂਦਾ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਤਾਂ ਇਹ ਤਿੰਨੋਂ ਚੀਜ਼ਾਂ ਇਸੇ ਸੀਰੀਜ਼ ਦੇ ਵਿੱਚ ਚੱਲਦੀਆਂ। ਸਭ ਤੋਂ ਪਹਿਲਾਂ ZPD ਆਉਂਦੀ ਹੈ, ਫਿਰ ਸਕੈਫੋਲਡਿੰਗ, ਫਿਰ MKO। ਇਹ ਯਾਦ ਰੱਖਣੀਆਂ ਬਹੁਤ ਇੰਪੋਰਟੈਂਟ ਨੇ, ਪੁੱਛੀਆਂ ਜਾਣਗੀਆਂ ਤੁਹਾਨੂੰ। ਇਸ ਤੋਂ ਬਾਅਦ ਕੁਛ ਕੁ ਟਰਮਸ ਨੇ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਵਾਈਗੋਸਕੀ ਦੇ ਨਾਲ ਰਿਲੇਟਡ, ਠੀਕ ਹੈ ਜੀ। ਇੱਕ ਤਾਂ ਸਕੈਫੋਲਡਿੰਗ, ZPD, MKO। ਇਹ ਯਾਦ ਰੱਖਿਓ, ਡਾਇਰੈਕਟ ਪੁੱਛੇ ਜਾਂਦੇ ਨੇ ਕਿ ਦੱਸੋ ਇਹ ਕਿਹੜੇ ਵਿਦਵਾਨ ਨੇ ਇਹਨਾਂ ਦੀ ਗੱਲ ਕੀਤੀ ਹੈ, ਤਾਂ ਵਾਈਗੋਸਕੀ ਨੇ। ਇੱਕ ਤੁਸੀਂ ਯਾਦ ਰੱਖਣਾ ਸੋਸ਼ਲ ਸ਼ਬਦ, ਸੁਸਾਇਟੀ, ਲੈਂਗੁਏਜ, ਕਲਚਰ। ਇਹ ਜਿੰਨੇ ਵੀ ਵਰਡ ਤੁਹਾਡੇ ਜਦੋਂ ਵੀ ਤੁਹਾਨੂੰ ਆਪਸ਼ਨ ਦੇ ਵਿੱਚ ਮਿਲਣਗੇ ਤਾਂ ਉਹ ਵਾਈਗੋਸਕੀ ਦੇ ਦਿੱਤੇ ਹੋਏ ਸ਼ਬਦ ਨੇ। ਇਹ ਯਾਦ ਰੱਖਿਓ, ਇਹ ਦਿਮਾਗ 'ਚ ਬਿਠਾ ਲਓ, ਠੀਕ ਹੈ ਜੀ। ਇਸ ਤੋਂ ਇਲਾਵਾ ਜਿਹੜੀਆਂ ਵਾਈਗੋਸਕੀ ਨੇ ਟਰਮਸ ਦਿੱਤੀਆਂ ਨੇ, ਜਿਵੇਂ ਕਿ ਕੋਲੈਬੋਰੇਟਿਵ ਪ੍ਰੋਜੈਕਟ, ਦੂਸਰਾ ਹੈਗਾ ਅਸਿਸਟਿਵ ਲਰਨਿੰਗ, ਤੀਸਰੀ ਹੈਗੀ ਆ ਕੋਆਪਰੇਟਿਵ ਲਰਨਿੰਗ। ਤਾਂ ਇਹ ਤਿੰਨਾਂ ਨੂੰ ਤੁਸੀਂ ਇਕੱਠਾ ਵੀ ਪੜ੍ਹ ਸਕਦੇ ਹੋ। ਬਸ ਇਹ ਤੁਸੀਂ ਸ਼ਬਦ ਯਾਦ ਰੱਖਿਓ, ਇਹਦਾ ਮੈਂ ਤੁਹਾਨੂੰ ਮੀਨਿੰਗ ਦੱਸ ਦੇਣਾ ਕਿ ਮੀਨਿੰਗ ਕੀ ਹੈ। ਕੋਲੈਬੋਰੇਟ ਕਰਨਾ ਕੀ ਹੁੰਦਾ? ਮਤਲਬ ਇਕੱਠੇ ਬਿਠਾਉਣਾ ਬੱਚਿਆਂ ਨੂੰ। ਤਾਂ ਵਾਈਗੋਸਕੀ ਦਾ ਵੀ ਮੰਨਣਾ ਸੀ ਕਿ ਬੱਚੇ ਇਕੱਠੇ ਰਹਿ ਕੇ ਸਿੱਖਣਗੇ, ਬਟ ਜੀਨ ਪਿਆਜ਼ੇ ਤੋਂ ਬਿਲਕੁਲ ਉਲਟ ਚੱਲਦਾ ਸੀ। ਜੀਨ ਪਿਆਜ਼ੇ ਕਹਿੰਦਾ ਵੀ ਬੱਚਾ ਇਕੱਲਾ ਸਿੱਖੂਗਾ, ਖੁਦ ਸਿੱਖੂਗਾ, ਠੀਕ ਹੈ ਜੀ। ਤਾਂ ਬਟ ਵਾਈਗੋਸਕੀ ਕਹਿੰਦਾ ਸੀ ਕਿ ਬੱਚਿਆਂ ਨੂੰ ਇਕੱਠੇ ਬਿਠਾਓ, ਕੋਲੈਬੋਰੇਟ ਪ੍ਰੋਜੈਕਟ ਦਿਓ ਉਹਨਾਂ ਨੂੰ, ਠੀਕ ਹੈ ਜੀ, ਕਿ ਉਹ ਇਕੱਠੇ ਬੈਠਣ ਅਤੇ ਇੱਕ ਦੂਸਰੇ ਤੋਂ ਕੁਛ ਨਾ ਕੁਛ ਸਿੱਖਣ। ਅਸਿਸਟਿਵ ਮਤਲਬ ਜਿਵੇਂ ਆਪਾਂ ਅਸਿਸਟੈਂਟ ਕਹਿੰਦੇ ਹਾਂ, ਤਾਂ ਇਹਦੇ ਵਿੱਚ ਵੀ ਬੱਚਿਆਂ ਨੂੰ ਇਕੱਠੇ ਕੰਮ ਦਿਓ। ਕੋਆਪਰੇਟਿਵ ਮਤਲਬ ਬੱਚੇ ਇੱਕ ਦੂਸਰੇ ਤੋਂ ਸਿੱਖਣ, ਠੀਕ ਹੈ ਜੀ, ਇੱਕ ਦੂਸਰੇ ਤੋਂ ਸਿੱਖਣ। ਤਾਂ ਇਹ ਕੋਈ ਕੋਆਪਰੇਟਿਵ ਲਰਨਿੰਗ, ਤਾਂ ਇਹਨੂੰ ਇਕੱਠਾ ਵੀ ਤੁਸੀਂ ਪੜ੍ਹ ਸਕਦੇ ਹੋ। ਬਟ ਇਹ ਸ਼ਬਦ ਯਾਦ ਰੱਖਿਓ ਕਿ ਕੋਲੈਬੋਰੇਟਿਵ ਪ੍ਰੋਜੈਕਟ, ਅਸਿਸਟਿਵ ਲਰਨਿੰਗ, ਕੋਆਪਰੇਟਿਵ ਲਰਨਿੰਗ, ਇਹ ਸ਼ਬਦ ਕਿਹਨੇ ਦਿੱਤੇ ਹੈ? ਤਾਂ ਇਹ ਵਾਈਗੋਸਕੀ ਨੇ ਦਿੱਤੇ ਹੈ, ਠੀਕ ਹੈ ਜੀ। ਇਹ ਯਾਦ ਰੱਖਿਓ। ਅਗਲਾ ਆਪਣਾ ਜਿਹੜਾ ਪੁਆਇੰਟ ਹੈ ਪੀਅਰ ਟਿਊਟੋਰਿੰਗ, ਠੀਕ ਹੈ ਜੀ। ਇਹਦਾ ਕੀ ਮਤਲਬ ਹੈ? ਟਿਊਟੋਰਿੰਗ ਮਤਲਬ ਟਿਊਸ਼ਨ ਦੇਣਾ, ਠੀਕ ਹੈ ਜੀ। ਕਿ ਬੱਚੇ, ਇਹਦੇ ਵਿੱਚ ਕੀ ਮਤਲਬ ਹੈ ਕਿ ਇੱਕ ਬੱਚੇ ਨੂੰ ਜਿਹੜੇ ਨੂੰ ਮੈਥ ਆਉਂਦਾ ਹੈ, ਠੀਕ ਹੈ ਜੀ, ਮੰਨ ਲਓ ਇੱਕ ਬੱਚਾ ਮੈਥਸ ਦੇ ਵਿੱਚ ਬਹੁਤ ਐਕਸਪਰਟ ਹੈ, ਠੀਕ ਹੈ ਜੀ, ਅਤੇ ਦੂਸਰਾ ਬੱਚਾ ਜਿਹੜਾ ਐਕਸਪਰਟ ਨਹੀਂ ਹੈਗਾ, ਤਾਂ ਉਹ ਇਹ ਬੱਚੇ ਤੋਂ ਸਿੱਖ ਲੂਗਾ। ਵਾਈਗੋਸਕੀ ਦਾ ਇਹ ਮੰਨਣਾ ਸੀ ਕਿ ਬੱਚਿਆਂ ਨੂੰ ਇੱਕ ਮਤਲਬ ਦੂਸਰਾ ਬੱਚਾ ਜੇ ਮੈਥਸ ਦੇ ਵਿੱਚ ਐਕਸਪਰਟ ਨਹੀਂ, ਤਾਂ ਉਹ ਜਿਹੜਾ ਬੱਚਾ ਮੈਥਸ ਦੇ ਵਿੱਚ ਐਕਸਪਰਟ ਹੈ ਉਹਨੂੰ ਉਹਦੇ ਨਾਲ ਬਿਠਾਇਆ ਜਾਵੇ ਤਾਂ ਕਿ ਉਹ ਤੋਂ ਮੈਥ ਸਿੱਖ ਸਕੇ। ਤਾਂ ਇਹ ਪੀਅਰ ਟਿਊਟੋਰਿੰਗ ਹੈ। ਪੀਅਰ ਮਤਲਬ ਜਿਹੜੇ ਦੋਸਤ ਹੁੰਦੇ ਨੇ, ਪੀਅਰ ਗਰੁੱਪ ਆਪਾਂ ਕਹਿ ਸਕਦੇ ਹਾਂ, ਤਾਂ ਉਹ ਇੱਕ ਦੂਸਰੇ ਤੋਂ ਸਿੱਖਣ, ਤਾਂ ਇਹ ਪੀਅਰ ਟਿਊਟੋਰਿੰਗ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ। ਰੈਸੀਪ੍ਰੋਕਲ ਟੀਚਿੰਗ, ਇਹਦਾ ਕੀ ਮਤਲਬ ਹੈ? ਇਹਦੇ ਵਿੱਚ ਟੀਚਰ ਵੀ ਇਨਵੋਲਵ ਕਰਤੇ ਕਿ ਟੀਚਰ ਅਤੇ ਬੱਚੇ ਇਕੱਠੇ ਬੈਠਣ ਅਤੇ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਆ ਰਹੀਆਂ, ਕੋਈ ਹੈਲਪ ਦੀ ਲੋੜ ਹੈ, ਤਾਂ ਉਹ ਟੀਚਰ ਨੂੰ ਪੁੱਛਣ, ਤਾਂ ਉਹਨੂੰ ਰੈਸੀਪ੍ਰੋਕਲ ਟੀਚਿੰਗ ਕਹਿੰਦੇ ਨੇ। ਇਹਦੇ ਵਿੱਚ ਟੀਚਰ ਵੀ ਇਨਕਲੂਡ ਹੁੰਦੇ ਨੇ, ਸਟੂਡੈਂਟ ਵੀ ਇਨਕਲੂਡ ਹੁੰਦੇ ਨੇ, ਠੀਕ ਹੈ ਜੀ। ਤਾਂ ਇਹ ਵਰਡ ਤੁਸੀਂ ਯਾਦ ਰੱਖਿਓ, ਵਰਡਸ ਦੀ ਖੇਡ ਹੈ ਸਾਰੀ, ਕਿਉਂਕਿ ਸਾਈਕੋਲੋਜੀ ਦੇ ਵਿੱਚ ਇਹ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ ਕਿ ਕੋਲੈਬੋਰੇਟਿਵ ਪ੍ਰੋਜੈਕਟ ਜਿਹੜਾ ਦਿੱਤਾ ਹੈ, ਟਰਮ ਦਿੱਤੀ ਹੈ, ਉਹ ਕਿਹਨੇ ਦਿੱਤੀ ਹੈ? ਵਾਈਗੋਸਕੀ ਨੇ। ਅਸਿਸਟਿਵ ਲਰਨਿੰਗ, ਕੋਆਪਰੇਟਿਵ ਲਰਨਿੰਗ, ਪੀਅਰ ਟਿਊਟੋਰਿੰਗ, ਰੈਸੀਪ੍ਰੋਕਲ ਟੀਚਿੰਗ। ਤਾਂ ਇਹ ਸਾਰੇ ਤੁਸੀਂ ਵਰਡ ਯਾਦ ਰੱਖਣੇ, ਵਾਈਗੋਸਕੀ ਦੁਆਰਾ ਦਿੱਤੇ ਗਏ ਵਰਡ ਨੇ। ਇਹਦਾ ਮਤਲਬ ਕੀ ਹੈ ਕਿ ਬੱਚਿਆਂ ਨੂੰ ਇਕੱਠੇ ਇਨਵੋਲਵ ਕਰੋ ਤਾਂ ਕਿ ਉਹ ਇੱਕ ਦੂਸਰੇ ਤੋਂ ਸਿੱਖ ਸਕਣ, ਠੀਕ ਹੈ ਜੀ। ਤਾਂ ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾਊਗਾ। ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਕਿ ਜਿੱਥੇ ਲੈਂਗੁਏਜ ਵਰਡ ਤੁਹਾਨੂੰ ਮਿਲਦਾ ਹੈ ਤਾਂ ਉੱਥੇ ਵੀ ਤੁਸੀਂ ਵਾਈਗੋਸਕੀ ਟਿਕ ਲਗਾਏ, ਕਿਉਂਕਿ ਲੈਂਗੁਏਜ ਦੇ ਉੱਤੇ ਵੀ ਵਾਈਗੋਸਕੀ ਨੇ ਬਹੁਤ ਵਧੀਆ ਕੰਮ ਕੀਤਾ ਹੈ, ਠੀਕ ਹੈ ਜੀ।
ਤਾਂ ਲੈਂਗੁਏਜ ਨੂੰ ਇਹਨੇ 3 ਪਾਰਟਸ ਦੇ ਵਿੱਚ ਵੰਡਿਆ। ਇੱਕ ਤਾਂ ਹੈਗੀ ਆ ਸੋਸ਼ਲ ਸਪੀਚ। ਇਹਦਾ ਕੀ ਮਤਲਬ ਹੈ, ਜਦੋਂ ਬੱਚਾ 2 ਸਾਲ ਦਾ ਹੁੰਦਾ ਹੈ ਤਾਂ ਬੱਚਾ ਬੋਲਣਾ ਸਿੱਖਦਾ ਹੈ, ਮਤਲਬ ਕੁਛ ਨਾ ਕੁਛ ਉਹ ਵਰਡ ਬੋਲਣ ਦੀ ਕੋਸ਼ਿਸ਼ ਕਰਦਾ ਹੈ। ਪ੍ਰੋਪਰ ਤਾਂ ਨਹੀਂ ਬੋਲ ਸਕਦਾ ਬਟ ਕੁਛ ਨਾ ਕੁਛ ਬੋਲਣ ਦੀ ਕੋਸ਼ਿਸ਼ ਕਰਦਾ ਹੈ। ਉਹਨੂੰ ਕੀ ਕਿਹਾ ਜਾਂਦਾ, ਉਹਨੂੰ ਸੋਸ਼ਲ ਸਪੀਚ ਕਿਹਾ ਜਾਂਦਾ। ਸਮਾਜਿਕ ਆਪਾਂ ਕਹਿ ਸਕਦੇ ਹਾਂ, ਸਮਾਜਿਕ ਸਪੀਚ, ਠੀਕ ਹੈ ਜੀ, ਜਾਂ ਸਮਾਜਿਕ ਬੋਲ ਕਹਿ ਸਕਦੇ ਹਾਂ ਆਪਾਂ। ਇਸ ਤੋਂ ਬਾਅਦ ਆਪਾਂ ਕਹਿ ਦਿੰਦੇ ਹਾਂ ਪ੍ਰਾਈਵੇਟ ਸਪੀਚ, ਜਦੋਂ ਉਹ ਪਰਸਨਲ। ਪ੍ਰਾਈਵੇਟ ਦਾ ਕੀ ਮਤਲਬ ਹੈ, ਜਦੋਂ ਉਹ 3 ਸਾਲ ਦਾ ਹੋ ਜਾਂਦਾ ਬੱਚਾ ਤਾਂ ਉਹ ਆਪਣੇ ਆਪ ਨਾਲ ਗੱਲ ਕਰਦਾ ਜਾਂ ਸੈਲਫ ਵਰਕ ਕਰਦਾ, ਸੈਲਫ ਟਾਕ ਕਰਦਾ। ਯਾਨੀ ਕਿ ਆਪਾਂ ਦੇਖਦੇ ਹਾਂ ਜਦੋਂ ਬੱਚਾ 3 ਸਾਲ ਦਾ ਹੁੰਦਾ ਤਾਂ ਉਹ ਖੁਦ ਹੀ ਆਪਦੇ ਕੰਮਾਂ ਦੇ ਵਿੱਚ ਰੁੱਝਾ ਹੁੰਦਾ, ਆਪ ਹੀ ਬੋਲ ਰਿਹਾ ਹੁੰਦਾ, ਜਾਂ ਆਪਣਾ ਕੰਮ ਉਹ ਕੁਛ ਗਲਤ ਕਰਕੇ ਫਿਰ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਇਹ ਪ੍ਰਾਈਵੇਟ ਸਪੀਚ ਹੈ। ਇਹ 3 ਸਾਲ ਦੀ ਉਮਰ ਦੇ ਵਿੱਚ ਆਉਂਦੀ ਹੈ, ਤਾਂ ਉਹ ਜਦੋਂ ਉਹ ਖੁਦ ਦੇ ਨਾਲ ਗੱਲਾਂ ਕਰ ਰਿਹਾ ਹੁੰਦਾ। ਅਤੇ ਲਾਸਟ ਹੈ ਆਪਣੀ ਸਾਇਲੈਂਟ ਜਾਂ ਇਨਰ ਸਪੀਚ। ਇਹ ਬਹੁਤ ਇੰਪੋਰਟੈਂਟ ਹੈ, 7 ਸਾਲ ਦੀ ਏਜ ਦੇ ਵਿੱਚ ਆਉਂਦੀ ਹੈ ਬੱਚੇ ਦੇ ਵਿੱਚ। ਪ੍ਰਾਈਵੇਟ ਸਪੀਚ ਗੋਜ਼ ਟੂ ਅੰਡਰਗਰਾਊਂਡ, ਮਤਲਬ ਇਨਰ ਸਪੀਚ ਜਦੋਂ ਉਹ ਕੁਛ ਨਾ ਕੁਛ ਥਾਊਟਸ ਉਹਦੇ ਮਾਈਂਡ ਦੇ ਵਿੱਚ ਆਉਣ ਲੱਗ ਜਾਂਦੇ ਨੇ। ਤਾਂ ਇਹ 3 ਟਾਈਪ ਦੀ ਜਿਹੜੀ ਲੈਂਗੁਏਜ, 3 ਫਾਰਮ ਆਫ ਲੈਂਗੁਏਜ ਨੇ ਇਹ: ਸੋਸ਼ਲ ਸਪੀਚ, ਪ੍ਰਾਈਵੇਟ ਸਪੀਚ ਅਤੇ ਸਾਇਲੈਂਟ ਜਾਂ ਇਨਰ ਸਪੀਚ। ਇਹ ਵੀ ਤੁਸੀਂ ਯਾਦ ਰੱਖਿਓ, ਇਹ ਵੀ ਪੇਪਰਾਂ ਦੇ ਵਿੱਚ ਡਾਇਰੈਕਟ ਪੁੱਛੀਆਂ ਜਾਂਦੀਆਂ ਨੇ, ਠੀਕ ਹੈ ਜੀ। ਤਾਂ ਇਹਦੀ ਏਜ ਜ਼ਰੂਰ ਯਾਦ ਰੱਖਿਓ। ਤਾਂ ਇਹ ਆਪਣਾ ਅੱਜ ਦਾ ਸੈਸ਼ਨ ਸੀ, ਜਿਹਦੇ ਵਿੱਚ ਆਪਾਂ ਵਾਈਗੋਸਕੀ ਦੇ ਨਾਲ ਰਿਲੇਟਡ ਜਿੰਨੀਆਂ ਵੀ ਇੰਪੋਰਟੈਂਟ ਟਰਮਸ ਨੇ ਉਹ ਸਾਰੀਆਂ ਆਪਾਂ ਡਿਸਕਸ ਕਰ ਲਈਆਂ ਨੇ। ਇਹ ਤੋਂ ਬਾਹਰ ਤੁਹਾਨੂੰ ਇੱਕ ਵੀ ਕੁਐਸਚਨ ਨਹੀਂ ਆਊਗਾ, ਠੀਕ ਹੈ ਜੀ। ਤਾਂ ਇਹਨੂੰ ਤੁਸੀਂ ਪੂਰੇ ਡਿਟੇਲ ਦੇ ਵਿੱਚ ਪੂਰਾ ਚੰਗੀ ਤਰ੍ਹਾਂ ਇਹਨੂੰ ਦੁਬਾਰਾ ਵੀਡੀਓ ਨੂੰ ਬੇਸ਼ੱਕ ਦੇਖ ਲਿਓ ਅਤੇ ਇਹਦਾ ਤੁਸੀਂ ਨੋਟਸ ਬਣਾਓ, ਠੀਕ ਹੈ ਜੀ। ਅਤੇ ਅੱਗੇ ਵੀ ਆਪਣੇ ਜਿੰਨੇ ਵੀ ਤੁਹਾਡੇ ਇੰਪੋਰਟੈਂਟ ਟੌਪਿਕ ਨੇ CDP ਦੇ ਨਾਲ ਰਿਲੇਟਡ, ਉਹ ਆਪਣੇ ਸੈਸ਼ਨ ਤੁਹਾਡੇ ਅੱਗੇ ਆਪਾਂ ਤੁਹਾਨੂੰ ਦੇਖਣ ਨੂੰ ਮਿਲਣਗੇ। ਅਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ। ਜੇਕਰ ਤੁਹਾਨੂੰ ਵੀਡੀਓ ਚੰਗੇ ਲੱਗਦੇ ਨੂੰ ਲਾਈਕ ਕਰਦਿਆ ਕਰੋਗੇ, ਸ਼ੇਅਰ ਕਰਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅਤੇ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦਿਓ, ਕਮੈਂਟ ਜ਼ਰੂਰ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਤਾਂ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।